ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਜੋ ਨਾਰ ਮਮ ਸੰਗਤ ਕੋ ਸੇਵੈ, ਹਲਤ ਪਲਤ ਮਹਿ ਸ਼ੁਭ ਫਲ ਲੇਵੈ। ਮੋਰ ਮਹਾਤਮ ਜੇਤ ਕਿਆ ਹੈ, ਰਾਮਦਾਸ ਜਾਣੇ ਫਲ ਲਹੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਚਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਨਾਰ ਮਮ ਸੰਗਤ ਕੋ ਸੇਵੈ, ਹਲਤ ਪਲਤ ਮੈਂ ਸ਼ੁਭ ਫਲ ਲੇਵੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ, ਗੋਬਿੰਦਵਾਲ ਸਾਹਿਬ ਵਿਖੇ ਭਾਈ ਪਾਰੋ ਜੁਲਕਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਲ ਬਾਅਦ ਘੱਟੋ ਘੱਟ ਸਾਲ ਦੇ ਵਿੱਚ ਇੱਕ ਜੋੜ ਮੇਲਾ ਹੋਵੇ, ਔਰ ਉਹ ਜੋੜ ਮੇਲਾ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਫਿਰ ਵਿਸਾਖੀ ਵਾਲੇ ਦਿਨ ਹੋਵੇ। ਵਿਸਾਖੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ, ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਵੇਖ ਕੇ ਧੰਨ ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੋਏ। ਧੰਨ ਗੁਰੂ ਰਾਮਦਾਸ ਜੀ ਨੂੰ ਧੰਨ ਕਹਿੰਦੇ ਨੇ, ਔਰ ਭਾਈ ਬੱਲੂ ਜੀ ਨੂੰ ਕਹਿ ਰਹੇ ਨੇ ਕਿ ਸਾਡੀ ਵਡਿਆਈ ਹੈ। ਪਰ ਆਉਣ ਵਾਲੇ ਸਮੇਂ 'ਚ ਧੰਨ ਗੁਰੂ ਰਾਮਦਾਸ ਜੀ ਦੀ ਵਡਿਆਈ ਇਸ ਤੋਂ ਵੀ ਬਹੁਤ ਜ਼ਿਆਦਾ ਬਹੁਤ ਵੱਡੀ ਹੋਏਗੀ। ਔਰ ਅੱਗੇ ਕਵੀ ਰਾਜ ਲਿਖਦੇ ਨੇ ਕਿ ਗੁਰੂ ਸਾਹਿਬ ਜੀ ਭਾਈ ਬੱਲੂ ਨੂੰ ਕਹਿ ਰਹੇ ਨੇ, ਕੇਵਲ ਧੰਨ ਗੁਰੂ ਰਾਮਦਾਸ ਜੀ ਨਹੀਂ, ਕਿ ਜਿਹੜਾ ਵੀ ਕੋਈ ਸਾਡੀ ਸਿੱਖ ਸੰਗਤ ਦੀ ਇਸ ਤਰ੍ਹਾਂ ਸੇਵਾ ਕਰੇਗਾ, ਜੋ ਨਰ ਮਮ ਸੰਗਤ ਕੋ ਸੇਵੈ, ਹਲਤ ਪਲਤ ਮੈਂ ਸੁਖ ਫਲ ਲੇਵੈ। ਉਹਨੂੰ ਮਾਤ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦੀਵੀ ਸੁਖ ਮਿਲੇਗਾ। ਮੋਰ ਮਹਾਤਮ ਜਿਤ ਕਿਆ ਹੈ, ਰਾਮਦਾਸ ਜਾਣੇ ਫਲ ਲਹੈ। ਸਤਿਗੁਰੂ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਭਾਈ ਬੱਲੂ ਨੂੰ ਕਹਿ ਰਹੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਘਰ ਦਾ ਜਿੰਨਾ ਮਹਾਤਮ ਹੈ ਸਾਡਾ ਮਹਾਤਮ ਹੈ, ਇਸ ਤੋਂ ਕਈ ਗੁਣਾ ਵੱਧ ਧੰਨ ਗੁਰੂ ਰਾਮਦਾਸ ਜੀ ਦਾ ਮਹਾਤਮ ਹੋਏਗਾ। ਦੋਇ ਲੋਕਣ ਮੈਂ ਜੋ ਪਦ ਉੱਚੇ, ਰਾਮਦਾਸ ਤਹਿ ਜਾਏ ਪਹੁੰਚੇ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਬੱਲੂ ਜੀ ਦੋਵਾਂ ਲੋਕਾਂ ਵਿੱਚੋਂ ਜਿਹੜੀ ਸਭ ਤੋਂ ਉੱਚੀ ਪਦਵੀ ਹੈ ਨਾ, ਉਸ ਪਦਵੀ ਤੇ ਧੰਨ ਗੁਰੂ ਰਾਮਦਾਸ ਜੀ ਪਹੁੰਚ ਗਏ ਨੇ। ਜਗ ਮੈਂ ਪ੍ਰਗਟ ਪ੍ਰਕਾਸ਼ ਕਰਾਂਗੇ, ਇਸ ਪਿੱਛੇ ਸਿੱਖ ਬ੍ਰਿੰਦ ਤਰੈਂਗੇ। ਰਾਮਦਾਸ ਜੀ ਸੰਸਾਰ ਦੇ ਵਿੱਚ ਪ੍ਰਗਟ ਹੋਣਗੇ, ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਨਿਰਮਲ ਪੰਥ ਦਾ ਐਸਾ ਪ੍ਰਕਾਸ਼ ਕਰਨਗੇ ਕਿ ਇਹਨਾਂ ਦੇ ਪਿੱਛੇ ਬ੍ਰਿੰਦ ਲੋਕ ਜਿਹੜੇ ਨੇ ਅਨੇਕਾਂ ਹੀ ਲੋਕ ਸਿੱਖ ਬਣ ਕੇ ਇਹਨਾਂ ਦੇ ਦਰਸ਼ਨ ਕਰਕੇ ਇਸ ਭਵ ਸਾਗਰ ਤੋਂ ਪਾਰ ਹੋਣਗੇ। ਇਤਿਆਦਿਕ ਬਹੁ ਜਸ ਕੋ ਕਹਿਓ, ਇਹ ਲਾਇਕ ਸਤਿਗੁਰ ਨੇ ਲਹਿਓ। ਇਤਿਆਦਿਕ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਬੱਲੂ ਜੀ ਦੇ ਕੋਲ
ਧੰਨ ਗੁਰੂ ਰਾਮਦਾਸ ਜੀ ਦੀ ਸਿਫਤ ਕੀਤੀ ਔਰ ਇਹ ਵਿਚਾਰ ਬਣਾਈ, ਸਮਝਿਆ ਕਿ ਰਾਮਦਾਸ ਜੀ ਹੀ ਲਾਇਕ ਨੇ ਗੁਰਤਾ ਗੱਦੀ ਦੇ। ਬਹੁਤ ਸੰਗਤਾਂ ਭਏ ਇਕੱਤਰ, ਗੁਰ ਭਾਏ ਪ੍ਰੇਮੇ ਭਏ ਮਿੱਤਰ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ, ਗੋਬਿੰਦਵਾਲ ਸਾਹਿਬ ਵਿਖੇ ਬਹੁਤ ਸੰਗਤਾਂ ਦਾ ਇਕੱਠ ਹੋਇਆ, ਬਹੁਤ ਗੁਰਸਿੱਖ ਆਪਸ ਵਿੱਚ ਮਿਲ ਕੇ ਗੁਰ ਭਾਈ ਬਣੇ, ਆਪਸ ਵਿੱਚ ਪ੍ਰੇਮ ਵਧਿਆ, ਮਿੱਤਰਤਾ ਵਧੀ। ਗੁਰ ਸਮ ਸਿੱਖ ਕੋ ਸਿੱਖ ਮਿਲ ਸੇਵੈ, ਚਰਨ ਧੋਏ ਚਰਨਾਮਤ ਲੇਵੈ। ਗੁਰੂ ਕੇ ਸਿੱਖ ਗੁਰੂ ਸਾਹਿਬ ਤੋਂ ਚਰਨਾਮਤ ਲੈਂਦੇ ਨੇ ਔਰ ਸਿੱਖ ਇੱਕ ਦੂਜੇ ਨੂੰ ਇੰਨਾ ਪ੍ਰੇਮ ਕਰਦੇ ਨੇ, ਇੱਕ ਦੂਜੇ ਨੂੰ ਵੇਖ ਕੇ ਜਿਵੇਂ ਗੁਰੂ ਦੇ ਦਰਸ਼ਨ ਕਰ ਲਿਓ। ਸਗਲ ਨਗਰ ਕੀਰਤਨ ਤੁਨ ਹੋਏ, ਵਾਹਿਗੁਰੂ ਸਿਮਰੈ ਸਭ ਕੋਏ। ਔਰ ਗੋਬਿੰਦਵਾਲ ਸਾਹਿਬ ਸਾਰੇ ਨਗਰੇ ਦੇ ਵਿੱਚ ਇੱਕੋ ਹੀ ਧੁਨ ਆਵਾਜ਼ ਸੁਣਾਈ ਦਿੰਦੀ ਸੀ, ਵਾਹਿਗੁਰੂ ਵਾਹਿਗੁਰੂ। ਕਿਉਂਕਿ ਹਜ਼ਾਰਾਂ ਦੇ ਗਿਣਤੀ ਵਿੱਚ ਸਿੱਖ ਸੰਗਤਾਂ ਆਈਆਂ ਨੇ, ਨਗਰ ਦੇ ਬਾਹਰ ਦੂਰ ਤੱਕ ਡੇਰੇ ਲੱਗੇ ਹੋਏ ਨੇ। ਔਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਬਸ ਜਿੱਧਰ ਕਿਤੇ ਸੁਣਾਈ ਦਿੰਦਾ ਹੈ ਉਹ ਇੱਕੋ ਹੀ ਧੁਨ ਸੁਣਾਈ ਦਿੰਦੀ ਹੈ, ਵਾਹਿਗੁਰੂ। ਤਿਸ ਦਿਨ ਤੇ ਮੇਲੇ ਕੀ ਰੀਤ, ਕਰੇ ਬਿਦਤ ਗੁਰ ਹੋਏ ਅਪਨੀਤ। ਕਹਿੰਦੇ ਇਹ ਵਿਸਾਖੀ ਦੀ ਰੀਤ, ਉਸ ਦਿਨ ਤੋਂ ਲੈ ਕੇ ਧੰਨ ਗੁਰੂ ਅਮਰਦਾਸ ਜੀ ਨੇ, ਭਾਈ ਪਾਰੋ ਜੁਲਕਾ ਜੀ ਨੇ ਇਹ ਰੀਤ ਮਰਿਆਦਾ ਬਣਾ ਦਿੱਤੀ ਔਰ ਉਹ ਅੱਜ ਤੱਕ ਵੀ ਉਸੇ ਤਰ੍ਹਾਂ ਵਿਸਾਖੀ ਵਾਲੀ ਰੀਤ ਮਰਿਆਦਾ ਜਿਹੜੀ ਚੱਲ ਰਹੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਵਿਸਾਖੀ ਦੀ 1699 ਨੂੰ ਇੱਕ ਨਵਾਂ ਰੂਪ, ਨਵਾਂ ਰੰਗ ਦਿੱਤਾ, ਖਾਲਸਾ ਦੀ ਸਿਰਜਣਾ ਕੀਤੀ। ਔਰ ਇਹ ਵਿਸਾਖੀ ਦਾ ਦਿਹਾੜਾ ਆ 14 ਤਰੀਕ ਨੂੰ ਆ ਰਿਹਾ ਹੈ। ਪਿਕ ਪ੍ਰਭਾਓ ਸਤਿਗੁਰੂ ਵਡਿਆਈ, ਨਿੰਦਕ ਦੁਸ਼ਟ ਮਹਾ ਦੁਖ ਪਾਈ। ਪਰ ਸਤਿਗੁਰੂ ਜੀ ਦੀ ਵਡਿਆਈ ਵੇਖ ਕੇ ਜਿੱਥੇ ਸਿੱਖ ਖੁਸ਼ ਨੇ, ਉੱਥੇ ਕੁਛ ਦੁਸ਼ਟ ਲੋਕ ਨੇ, ਨਿੰਦਕ ਨੇ, ਉਹ ਦੁੱਖ ਵੀ ਹੋ ਰਹੇ ਨੇ। ਉਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਾਵਨ ਬਚਨ ਹੈ ਕਿ ਗੁਰੂ ਦੇ ਵਡਿਆਈ, ਗੁਰੂ ਦੇ ਸਿਫਤ ਸਲਾਹ ਵਾਲੀ ਬਾਣੀ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਮੀਂਹ ਪੈਂਦਾ ਹੋਵੇ। ਔਰ ਸਤਿਗੁਰੂ ਜੀ ਨੇ ਉਦਾਹਰਣ ਦਿੱਤੇ, ਸਾਉਣ ਦੀ ਝੜੀ ਲੱਗੀ ਹੋਵੇ ਤੇ ਇਹ ਜ਼ਰੂਰੀ ਨਹੀਂ ਕਿ ਸਾਉਣ ਦੀ ਝੜੀ ਨੂੰ ਵੇਖ ਕੇ ਸਾਰੇ ਖੁਸ਼ ਹੋਣਗੇ। ਉੱਥੇ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ, 4 ਤਰ੍ਹਾਂ ਦੇ ਲੋਕ ਐਸੇ ਨੇ ਕਿ ਸਾਉਣ ਦੇ ਉਸ ਝੜੀ ਦੇ ਵਿੱਚ ਅੱਤ ਦੇ ਪ੍ਰਸੰਨ ਹੁੰਦੇ ਨੇ। ਔਰ 4 ਤਰ੍ਹਾਂ ਦੇ ਲੋਕ ਐਸੇ ਵੀ ਨੇ, ਜੀਵ ਸ਼ਬਦ ਵਰਤ ਲਈਏ, ਕਿ ਜਿਹੜੇ ਇਸ ਝੜੀ ਦੇ ਵਿੱਚ ਅੱਤ ਤੇ ਦੁਖੀ ਵੀ ਹੋ ਜਾਂਦੇ ਨੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਜਿੱਥੇ ਉੱਥੇ ਸਮਝਾਇਆ ਹੈ, ਬਸ ਇਵੇਂ ਦੀ ਹਾਲਤ ਇੱਥੇ ਕੁਝ ਲੋਕਾਂ ਦੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਹੈ, ਨਾਨਕ ਸਾਵਣ ਜੇ ਵਸੈ, ਚਹੁ ਉਮਾਹਾ ਹੋਏ। ਕਿ 4 ਤਰ੍ਹਾਂ ਦੇ ਜੀਵ ਕਹਿ ਲਈਏ, ਲੋਕ ਕਹਿ ਲਈਏ, ਉਹ ਅੱਤ ਦੇ ਪ੍ਰਸੰਨ ਹੁੰਦੇ ਨੇ। ਤੇ ਉਹ ਪ੍ਰਸੰਨ ਕਿਹੜੇ ਹੁੰਦੇ ਨੇ? ਮੱਛੀ ਨੂੰ ਪਾਣੀ ਚੋਖਾ ਖੁੱਲ੍ਹਾ ਮਿਲਦਾ, ਮੱਛੀ ਖੁਸ਼ ਹੈ। ਜਿੰਦੇ ਘਰ 4 ਪੈਸੇ ਨੇ, ਧਨੀ ਅਮੀਰ ਲੋਕ ਨੇ, ਉਹ ਖੁਸ਼ ਨੇ ਕਿ ਜੇ ਇਹ ਝੜੀ 4 ਦਿਨ ਦੀ, 8-10 ਦਿਨ ਦੀ ਲੱਗ ਵੀ ਜਾਏਗੀ ਤਾਂ ਕੋਈ ਫਿਕਰ ਫਾਕਾ ਨਹੀਂ। ਇਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਮੱਛੀ ਰਸੀਆਂ ਘਰ ਤਨ ਸੁੱਖ ਹੋਏ। ਜਿਨ੍ਹਾਂ ਦੇ ਘਰ ਤਨ ਹੈ, ਸੁੱਖ ਹੈ, ਉਹ 4 ਤਰ੍ਹਾਂ ਦੇ ਲੋਕ ਗਿਣੇ ਕਿ ਖੁਸ਼ ਨੇ। ਪਰ ਨਾਲ ਉੱਥੇ ਕਿਰਪਾ ਕੀਤੀ, ਸਾਰੇ ਨਹੀਂ ਖੁਸ਼ ਹੁੰਦੇ। ਕਿ ਨਾਨਕ ਸਾਵਣ ਜੇ ਵਸੈ, ਚਹੁ ਵਿਛੋੜਾ ਹੋਏ। 4 ਤਰ੍ਹਾਂ ਦੇ ਉਹ ਵੀ ਨੇ ਜਿਹੜੇ ਦੁਖੀ ਹੁੰਦੇ ਨੇ। ਔਰ ਗੁਰਬਾਣੀ ਬਿਲਕੁਲ ਉਸੇ ਤਰ੍ਹਾਂ ਦੀ ਹੈ। ਗੁਰਬਾਣੀ ਬਿਲਕੁਲ ਸੱਚ ਹੈ। ਔਰ ਸੱਚ ਜਦੋਂ ਸੁਣਾਇਆ ਜਾਏ ਕਿ ਜ਼ਰੂਰੀ ਨਹੀਂ ਸੱਚ ਨੂੰ ਸੁਣ ਕੇ ਸਾਰੀ ਦੁਨੀਆ ਜਿਹੜੀ ਖੁਸ਼ ਹੋਵੇ। ਸੱਚ ਨੂੰ ਸੁਣ ਕੇ ਦੁਨੀਆ ਦੇ ਲੋਕ ਤੇ ਭੂਤਨਾ ਵੀ ਕਹਿ ਦਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬੇਤਾਲਾ ਵੀ ਕਹਿ ਦਿੰਦੇ ਨੇ।
ਔਰ ਉੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, 4 ਪੁੱਤਰਾਂ ਦੇ ਜੀਵ ਨੇ ਜਿਹੜੇ ਵਿਛੜ ਕੇ ਬੜੇ ਦੁਖੀ ਹੁੰਦੇ ਨੇ, ਤੇ ਉਹ ਕਿਹੜੇ ਨੇ? ਹੁਣ ਉੱਥੇ ਉਦਾਹਰਨ ਦਿੰਦੇ ਨੇ, ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ, ਗਾਏ ਪੁੱਤਾ ਨਿਰਤਨਾ ਪੰਥੇ ਚਾਕਰ ਹੋਏ। ਗਾਈ ਪੁੱਤਾ ਇਕੱਠਾ ਸ਼ਬਦ ਹੈ, ਗਾਂ ਦਾ ਪੁੱਤਰ ਬਲਦ। ਹੁਣ ਮੀਂਹ ਪੈਂਦਾ ਹੈ ਸਾਉਣ ਦੇ ਵਿੱਚ, ਜਦੋਂ ਮੀਂਹ ਪੈਂਦੇ ਨੇ ਉਹ ਅੱਤ ਦਾ ਦੁਖੀ ਹੈ। ਔਰ ਆਪ ਜੀ ਜਾਣਦੇ ਹੋ ਕਿ ਜੇਠ ਹਾੜ ਦੇ ਵਿੱਚ ਬਿਲਕੁਲ ਵਿਹਲੇ ਸਨ, ਔਰ ਉਦੋਂ ਜ਼ਿਮੀਂਦਾਰ ਫਿਰ ਸੁੱਕੀ ਤੂੜੀ ਸੁੱਟਦਾ, ਕਿ ਹੁਣ ਕੰਮ ਤੇ ਹੈ ਨਹੀਂ। ਪਰ ਜਦੋਂ ਕਿਤੇ 4 ਕਣੀਆਂ ਪਈਆਂ, ਫਿਰ ਅੰਮ੍ਰਿਤ ਵੇਲੇ ਉੱਠ ਕੇ ਹਰੇ ਪੱਠੇ ਵੀ ਪਾਏਗਾ, ਖਲ ਵੀ ਪਾਏਗਾ, ਦਾਣਾ ਵੀ ਪਾਏਗਾ। ਇੱਕ ਵਾਰੀ ਤਾਂ ਬਲਦ ਖੁਸ਼ ਹੁੰਦੇ ਹੋਣੇ ਨੇ, ਅੱਜ ਮਾਲਕ ਨੂੰ ਕੀ ਹੋ ਗਿਆ। ਪਰ ਪਤਾ ਫਿਰ ਲੱਗਦਾ ਜਦੋਂ ਪਾਣੀ ਦੇ ਵਿੱਚ ਜਾ ਕੇ ਕੱਦੂ ਕਰਨਾ ਪੈ ਜਾਂਦਾ ਹੈ। ਉਹ ਬਲਦ ਉਦੋਂ ਕਹਿੰਦੇ ਹੋਣਗੇ ਨਾ ਹੀ ਪੈਂਦਾ। ਉੱਥੇ ਕੇਵਲ ਉਦਾਹਰਣ ਦਿੱਤੀ ਹੈ, ਬਲਦ ਬਿਰਤੇ ਵਾਲੇ ਲੋਕ ਬੜੇ ਨੇ ਕਿ ਵਿਹਲੇ ਬਹਿ ਕੇ ਖਾਣ ਦੀ ਜਿਹਨਾਂ ਨੂੰ ਆਦਤ ਹੋਵੇ, ਔਰ ਜਦੋਂ ਸੱਚ ਦੀ ਆਵਾਜ਼ ਹੋਵੇ ਭਾਈ ਕਿਰਤ ਕਰਨੀ ਹੈ, ਔਰ ਜਦੋਂ ਸੱਚ ਦੀ ਆਵਾਜ਼ ਜਿਹੜੇ ਘਰ ਦੇ ਵਿੱਚੋਂ ਸੁਣਾਈ ਦਿੰਦੇ ਹੋਵੇ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਤੇ ਉਹ ਬਲਦਾਂ ਦੀ ਤਰ੍ਹਾਂ ਜਿਹੜੇ ਵਿਹਲੇ ਬੈਠ ਕੇ ਕੇਵਲ ਇਹ ਕਹਿੰਦੇ ਨੇ ਕਿ ਸਾਡਾ ਕੰਮ ਤੇ ਪੂਜਾ ਕਰਨਾ ਤੇ ਪੂਜਾ ਕਰਾਉਣਾ ਹੈ। ਅਸੀਂ ਤਾਂ ਕੇਵਲ ਪੂਜਾ ਕਰਨੀ, ਤੁਸੀਂ ਪੂਜਾ ਦਾ ਤਾਣ ਸਾਨੂੰ ਦੇਣਾ ਹੈ। ਉਹਨਾਂ ਨੂੰ ਫਿਰ ਕਿੱਥੇ ਇਹ ਕੰਮ ਚੰਗਾ ਲੱਗਦਾ ਜੀ। ਗਾਏ ਪੁੱਤਾ ਨਿਰਤਣਾ, ਇੱਕ ਤੇ ਬਲਦ ਹੋ ਗਏ, ਦੂਜੇ ਨਿਰਤਨ ਜਿਹੜੇ ਦਿਹਾੜੀਦਾਰ ਲੋਕ ਨੇ। ਇੱਕ ਅੱਧੀ ਦਿਹਾੜੀ ਚੱਲ ਜਾਂਦੀ ਹੈ ਕਿ ਜਦੋਂ 2-4 ਦਿਨ ਲਗਾਤਾਰ ਦਿਹਾੜੀ ਨਾ ਮਿਲੇ, ਉਹ ਕਦੇ ਖੁਸ਼ ਨਹੀਂ ਹੁੰਦਾ ਕਿ ਨਾ ਇਹ ਝੜੀ ਲੱਗਦੀ। ਇਹ ਝੜੀ ਦੀ ਸਾਨੂੰ ਕਦੇ ਖੁਸ਼ੀ ਕਿ ਜੇ ਘਰ ਦੇ ਵਿੱਚ ਰੋਟੀ ਵੀ ਨਾ ਬਣੇ। ਔਰ ਦੂਸਰੇ ਗੁਰੂ ਸਾਹਿਬ ਨੇ ਤੀਸਰੇ ਉਦਾਹਰਣ ਦਿੱਤੀ ਪੰਥੀ, ਕਿ ਰਸਤੇ ਕੱਚੇ ਸਨ, ਮੀਂਹ ਪੈਣਾ, ਜਿੱਥੇ ਕਿਤੇ ਲੋਕ ਗਏ ਉੱਥੇ ਫਸ ਗਏ। ਘਰਾਂ ਨੂੰ ਆਉਣ ਤੋਂ ਤਰਸਦੇ ਨੇ, ਰਾਹ ਵਿੱਚ ਫਸੇ ਹੋਏ, ਫਿਰ ਇੱਕੋ ਹੀ ਗੱਲ ਕਹਿੰਦੇ ਨੇ ਨਾ ਹੀ ਪੈਂਦਾ ਮੀਂਹ। ਤੇ ਚੌਥੇ ਤਰ੍ਹਾਂ ਦੇ ਉਹ ਲੋਕ ਨੇ ਜਿਹੜੇ ਚਾਕਰ ਨੇ, ਨੌਕਰੀ ਕਰਨ ਵਾਲੇ। ਔਰ ਨੌਕਰੀ ਵੀ ਆਮ ਜੇ ਆਪਾਂ ਜ਼ਿੰਮੇਦਾਰ ਨੇ, 4 ਦਾਣੇ ਵੀ ਨੇ, ਪੈਸੇ ਵੀ ਨੇ, ਉਹ ਤਾਂ ਖੁਸ਼ੀ ਬਿਲਕੁਲ ਮਨਾਉਂਦੇ ਹੋਣਗੇ ਕਿ ਝੜੀ ਲੱਗੀ ਰਵੇ। ਪਰ ਨੌਕਰ ਨੂੰ ਪਤਾ ਹੈ ਕਿ ਭਾਵੇਂ ਚਰੀ ਦੇ ਵਿੱਚ ਗੋਡੇ ਪਾਣੀ ਹੋਵੇ, ਵੱਢ ਕੇ ਲਿਆਉਣੀ ਹੈ। ਔਰ ਗਿੱਲੀ ਚਰੀ ਜਦੋਂ ਵੱਢ ਕੇ ਸਿਰ ਤੇ ਚੁੱਕਦਾ ਗਿੱਲੇ ਕੱਪੜੇ, ਉਦੋਂ ਫਿਰ ਉਹ ਜ਼ਰੂਰ ਇਹ ਗੱਲ ਮਹਿਸੂਸ ਕਰਦਾ ਕਿ ਨਾ ਹੀ ਪੈਂਦਾ। ਇਸ ਮੀਂਹ ਨੇ ਹੋ ਸਕਦਾ ਜ਼ਿਮੀਂਦਾਰ ਦੀਆਂ ਫਸਲਾਂ ਤੇ ਹਰੀਆਂ ਕਰਨੀਆਂ, ਹੋਰ ਬੀਜੀਆਂ ਜਾਣੀਆਂ ਨੇ, ਪਰ ਸਾਨੂੰ ਤਾਂ ਦੁਖੀ ਕੀਤਾ। ਔਰ ਇਸੇ ਤਰ੍ਹਾਂ ਦੇ ਕੁਝ ਲੋਕ ਸਨ ਜਿਹੜੇ ਬਲਦ ਬਿਰਤੀ ਵਾਲੇ ਨੇ, ਉਹ ਨਿੰਦਕ ਦੁਸ਼ਟ ਬੜੇ ਵੇਖ ਕੇ ਦੁਖੀ ਹੋਏ। ਹੁਣ ਇਹ ਜਿਹੜੇ ਰੌਣਕ ਤੇ ਗੁਰੂ ਘਰ ਵਿੱਚ ਲੱਗੇ, ਪਰ ਇਹ ਮਹਿਸੂਸ ਕਰਨ ਵਾਲੀ ਗੱਲ ਉਦੋਂ ਵੀ ਸੀ, ਅੱਜ ਵੀ ਹੈ ਕਿ ਕਿਸੇ ਦਾ ਕੀ ਗਵਾਇਆ, ਕਿਸੇ ਨੂੰ ਦੁੱਖ ਕਦ ਹੋਇਆ। ਮੇਲਾ ਬਿਸਰੇ ਪੁਰ ਗਏ, ਗੁਰੂ ਬਿਰਤਾਂਤ ਸੁਣਾਵਤ ਭਏ। ਵਿਸਾਖੀ ਵਾਲਾ ਮੇਲਾ ਵਿਛੜ ਗਿਆ, ਸਿੱਖ ਸੰਗਤਾਂ ਆਪੋ ਆਪਣੇ ਨਗਰਾਂ ਨੂੰ, ਘਰਾਂ ਨੂੰ ਚਲੀਆਂ ਗਈਆਂ। ਔਰ ਹਰ ਥਾਂ ਤੇ ਬਸ ਗੁਰੂ ਘਰ ਦੀ ਗੱਲ ਹੁੰਦੀ ਸੀ, ਗੁਰੂ ਬਿਰਤਾਂਤ ਹੀ ਸ਼ੁਰੂ ਸੀ ਕਿ ਇੰਨੀ ਸੰਗਤ ਆਈ, ਏਡਾ ਮੇਲਾ ਲੱਗਿਆ, ਇੰਨਾ ਆਨੰਦ ਆਇਆ, ਇੰਨਾ ਉੱਥੇ ਸ਼ਬਦ ਕੀਰਤਨ ਹੋਇਆ, ਏਡਾ ਵੱਡਾ ਲੰਗਰ ਚੱਲਿਆ। ਬਸ ਘਰ ਘਰ ਦੇ ਵਿੱਚ ਕੇਵਲ ਗੋਬਿੰਦਵਾਲ ਸਾਹਿਬ ਜੀ ਤੇ ਧੰਨ ਗੁਰੂ ਅਮਰਦਾਸ ਜੀ ਦੇ ਚਰਚੇ ਹੋਏ। ਪੰਥ ਨਵੇਨ ਪ੍ਰਕਾਸ਼ਨ ਕਰਿਓ, ਭੇਦ ਵਰਨ ਜਾਤੇ ਪਰ ਹਰਿਓ। ਲੋਕ ਆਪਸ ਵਿੱਚ ਘਰ ਘਰ ਦੇ ਵਿੱਚ ਗੱਲਾਂ ਕਰਦੇ ਸਨ ਕਿ ਗੁਰੂ ਸਾਹਿਬ ਜੀ ਨੇ ਨਵਾਂ ਪੰਥ ਪ੍ਰਕਾਸ਼ ਕੀਤਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਨੂੰ ਵੀ ਧੰਨ ਗੁਰੂ ਅਮਰਦਾਸ ਜੀ ਨੇ ਇਹ ਕਹਿ ਦੇ ਕਿ ਨਵੇਂ ਢੰਗ ਦੇ ਨਾਲ ਸੰਸਾਰ ਦੇ ਵਿੱਚ ਪੇਸ਼ ਕੀਤਾ ਕਿ ਭੇਦ ਵਰਨ ਜਾਤੀ ਪਰ ਹਰਿਓ। ਜਿਹੜਾ ਜਾਤੀ ਵਰਨ ਦਾ ਭੇਦਭਾਵ ਸੀ, ਗੁਰੂ ਸਾਹਿਬ ਨੇ ਖਤਮ ਕਰ ਦਿੱਤਾ। ਇੱਕੋ ਪੰਕਤੀ ਵਿੱਚ ਬ੍ਰਾਹਮਣ ਵੀ ਬੈਠ ਕੇ ਲੰਗਰ ਛਕਦਾ ਹੈ, ਸ਼ੂਦਰ ਵੀ ਛਕਦਾ ਹੈ। ਚਤੁਰ ਵਰਨ ਇੱਕ ਦੇਗ ਆਹਾਰਾ,
ਇੱਕ ਸਮਸੇਵੇਂ ਧਰ ਉਰ ਪਿਆਰਾ, ਭਾਵੇਂ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ, ਬੈਸ ਹੋਵੇ। ਕਹਿੰਦੇ ਚਾਰੇ ਵਰਨਾਂ ਦੇ ਲੋਕ ਇੱਕੋ ਹੀ ਲੰਗਰ ਵਿੱਚ, ਇੱਕੋ ਹੀ ਪੰਗਤ ਵਿੱਚ, ਇੱਕੋ ਹੀ ਥਾਂ 'ਤੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਔਰ ਸਾਰੇ ਦੇ ਸਾਰੇ ਚਾਰੇ ਵਰਨਾਂ ਦੇ ਲੋਕ ਇੱਕੋ ਜਿੰਨਾ ਗੁਰੂ ਸਾਹਿਬ ਨੂੰ ਪਿਆਰ ਵੀ ਕਰਦੇ ਨੇ। ਚਰਨਾਮ੍ਰਿਤ ਕੋ ਦੇਸਿਕ ਕਰੈ, ਵਾਹਿਗੁਰੂ ਸਿਮਰੈ ਹਿਤ ਧਰੈ। ਗੁਰੂ ਸਾਹਿਬ ਜੀ ਚਾਰੇ ਵਰਨਾਂ ਦੇ ਵਿੱਚੋਂ ਕੋਈ ਵੀ ਆਵੇ ਤੋਂ ਤੱਕ ਕੇਵਲ ਹਿੰਦੂ ਹੀ ਨਹੀਂ, ਉਹ ਚਾਰ ਵਰਨਾਂ ਦੇ ਵਿੱਚ ਭਾਵੇਂ ਕੋਈ ਕਿਸੇ ਵੀ ਮਜ਼ਹਬ ਧਰਮ ਦਾ ਆਵੇ, ਉੱਥੇ ਬਹੁਤ ਸਾਰੇ ਮੁਸਲਮਾਨ ਵੀਰ ਵੀ ਆਉਂਦੇ ਸਨ ਕਿ ਗੁਰੂ ਸਾਹਿਬ ਜੀ ਸਭ ਨੂੰ ਚਰਨਾਮ੍ਰਿਤ ਦਿੰਦੇ ਨੇ, ਸਿੱਖ ਬਣਾਉਂਦੇ ਨੇ ਔਰ ਸਾਰਿਆਂ ਨੂੰ ਇੱਕੋ ਸਾਂਝਾ ਉਪਦੇਸ਼ ਦਿੰਦੇ ਨੇ, ਵਾਹਿਗੁਰੂ ਵਾਹਿਗੁਰੂ ਸਿਮਰੈ ਹਿਤ ਧਰੈ। ਤੇ ਚਰਨਾਮ੍ਰਿਤ ਲੈਣ ਵਾਲੇ ਸਿੱਖ ਬਣਨ ਵਾਲੇ ਹਿੱਤ ਕਰਕੇ, ਪਿਆਰ ਕਰਕੇ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਨੇ। ਸੁਣ ਖੱਤਰੇ ਦੇ ਜ ਗਣ ਅਗਿਆਨੀ, ਪਰਮ ਅਭਗਤ ਜਾਤ ਅਭਿਮਾਨੀ। ਹੁਣ ਗੁਰੂ ਸਾਹਿਬ ਦੀ ਇੰਨੀ ਵਡਿਆਈ ਸੁਣ ਕੇ, ਇੰਨੀ ਪ੍ਰਸ਼ੰਸਾ ਸੁਣ ਕੇ, ਕੁਝ ਜਿਹੜੇ ਵਰਨ ਜਾਤ ਕਰਕੇ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਨੇ, ਆਪਣੇ ਆਪ ਨੂੰ ਖੱਤਰੀ ਸਮਝਦੇ ਨੇ। ਸੁਣ ਖੱਤਰੀ ਦਿਜ ਗਣ ਅਗਿਆਨੀ। ਹੁਣ ਇੱਥੇ ਕਵੀ ਸੰਤੋਖ ਸਿੰਘ ਨੇ ਅਗਿਆਨੀ ਲਿਖਿਆ ਬ੍ਰਾਹਮਣ, ਔਰ ਬ੍ਰਾਹਮਣ ਆਪਣੇ ਆਪ ਨੂੰ ਪੰਡਤ ਕਹਿੰਦਾ, ਵਿਦਵਾਨ ਕਹਿੰਦਾ। ਇੱਥੇ ਅਗਿਆਨੀ ਕਵੀ ਸੰਤੋਖ ਸਿੰਘ ਨੇ ਤੇ ਲਿਖਿਆ, ਪਰ ਗੁਰੂ ਸਾਹਿਬ ਜੀ ਨੇ ਮੂਰਖ ਸ਼ਬਦ ਵਰਤਿਆ ਇਵੇਂ ਦੇ ਲੋਕਾਂ ਲਈ ਕਿ ਪੜ੍ਹਿਆ ਮੂਰਖ ਆਖੀਏ, ਕਿ ਉਸ ਪੜ੍ਹਾਈ ਦਾ ਲਾਭ ਕੀ ਕਿ ਜਿਹਦੇ ਵਿੱਚ ਤੈਨੂੰ ਫਰਕ ਹੀ ਸਮਝ ਨਹੀਂ ਲੱਗਿਆ। ਤੂੰ ਇੱਕ ਮਨੁੱਖ ਦੇ ਵਿੱਚ ਫਰਕ ਪਾ ਦਿੱਤਾ ਕਿ ਕੋਈ ਸ਼ੂਦਰ ਹੈ, ਕੋਈ ਬ੍ਰਾਹਮਣ ਹੈ। ਪਰਮ ਅਭਗਤ ਜਾਤ ਅਭਿਮਾਨੀ। ਆਪਣੇ ਆਪ ਨੂੰ ਕਹਿਣ ਨੂੰ ਭਗਤ ਨੇ ਪਰ ਹੈ ਅਭਗਤ, ਜਾਤ ਕਰਕੇ ਅਭਿਮਾਨੀ, ਹੰਕਾਰੀ ਨੇ। ਜਰੇ ਨਾ ਗੁਰ ਕੇ ਸਿਵਤ ਉਧਾਰਾ, ਕਹੇ ਸੋ ਕਿਆ ਪਰਪੰਚ ਪਸਾਰਾ। ਹੁਣ ਬਲਦ ਬਿਰਤੀ ਇਹੀ ਹੈ ਨਾ ਜੀ ਕਿ ਸਾਡੇ ਤੇ ਜਿਹੜੇ ਢਿੱਡ ਭਰਦੇ ਨੇ, ਏਡੇ ਏਡੇ ਵੱਡੇ ਕੀਤੇ ਨੇ, ਤੇ ਖਾਲੀ ਹੋ ਜਾਣਗੇ ਕਿ ਗੁਰੂ ਸਾਹਿਬ ਜੀ ਨੇ ਇਹ ਕੀ ਰੀਤ ਚਲਾ ਦਿੱਤੀ। ਗੁਰੂ ਸਾਹਿਬ ਦੀ ਸਿਫਤ ਸੁਣ ਕੇ ਜਰਦੇ ਨਹੀਂ। ਉਹ ਪਖੰਡੀ, ਉਹਨਾਂ ਦਾ ਪਖੰਡ ਜਦੋਂ ਦੂਰ ਹੁੰਦਾ ਜਾਪਦਾ, ਉਹਨਾਂ ਦੀ ਦੁਕਾਨਾਂ ਬੰਦ ਹੁੰਦੀਆਂ ਨੇ। ਉਹ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਇਹ ਇਹਨਾਂ ਨੇ ਕੀ ਪਖੰਡ ਬਣਾਇਆ ਹੈ। ਇੱਕ ਦਿਨ ਮਿਲ ਸਭ ਮਸਲਤ ਕਰੇ, ਇਹ ਤੋਂ ਰੇਤ ਪੁਰੇ ਜਗ ਪਰੇ। ਇਹ ਜਿਹੜੇ ਗੋਬਿੰਦਵਾਲ ਸਾਹਿਬ ਵਿੱਚ ਰਹਿਣ ਵਾਲੇ, ਆਲੇ ਦੁਆਲੇ ਹੋਰ ਪਿੰਡਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਬ੍ਰਾਹਮਣ ਖੱਤਰੀ ਆਪਸ ਵਿੱਚ ਇਕੱਠੇ ਹੋਏ। ਇਹ ਕਹਿੰਦੇ ਕਿ ਪੰਚਾਇਤ ਕੀਤੀ, ਔਰ ਪੰਚਾਇਤ ਕਰਕੇ ਉਹਦੇ ਵਿੱਚ ਗੱਲ ਵਿਚਾਰੀ ਕਿ ਤੇ ਰੇਤ ਬੜੀ ਪੁੱਠੀ ਚਲਾ ਦਿੱਤੀ ਗੁਰੂ ਸਾਹਿਬ ਨੇ। ਅਸਲ ਵਿੱਚ ਰੇਤ ਪੁੱਠੀ ਨਹੀਂ ਚਲਾਈ, ਪਹਿਲੋਂ ਬੇਨਤੀ ਕੀਤੀ ਸੀ ਕਿ ਇਹਨਾਂ ਦਾ ਅੱਗ ਮਰਦਾ ਹੈ, ਕਿ ਵਿਹਲੇ ਬੈਠ ਕੇ ਖਾਣ ਵਾਲੇ ਨੇ ਹੁਣ ਕੰਮ ਕਰਨਾ ਪੈਣਾ ਹੈ। ਜੇ ਸਾਰੇ ਲੋਕ ਇਹ ਗੱਲ ਨੂੰ ਸਮਝ ਗਏ। ਅਬ ਦਿਜ ਕੋ ਨਹਿ ਮਾਨੈ ਕੋਏ, ਖੱਤਰੇ ਧਰਮ ਨਸ਼ਟ ਸਭ ਹੋਏ। ਹੁਣ ਉਹ ਬ੍ਰਾਹਮਣ ਪੰਚਾਇਤ ਵਿੱਚ ਗੱਲ ਕਰਕੇ ਕਹਿੰਦੇ ਨੇ ਕਿ ਹੁਣ ਬ੍ਰਾਹਮਣਾਂ ਨੂੰ ਤਾਂ ਕੋਈ ਮੰਨੇਗਾ ਹੀ ਨਹੀਂ, ਕੋਈ ਬ੍ਰਾਹਮਣਾਂ ਦੀ ਤਾਂ ਪੂਜਾ ਹੀ ਨਹੀਂ ਹੋਣੀ। ਤੇ ਨਾਲ ਖੱਤਰੀਆਂ ਨੂੰ ਵੀ ਜੋੜਦੇ ਨੇ, ਭਈ ਤੁਹਾਡਾ ਵੀ ਧਰਮ ਜਿਹੜਾ ਖਤਮ ਹੋ ਜਾਣਾ ਹੈ। ਕਿਉਂਕਿ ਧੰਨ ਗੁਰੂ ਅਮਰਦਾਸ ਜੀ ਖੱਤਰੀ ਨੇ, ਪਰ ਉਹ ਖੱਤਰੀਆਂ ਵਾਲੇ ਕੰਮ ਹੀ ਨਹੀਂ ਕਰਦੇ। ਉਹ ਤੇ ਸ਼ੂਦਰਾਂ ਦੇ ਨਾਲ ਵੀ ਬੈਠਦੇ ਨੇ। ਚਤੁਰ ਵਰਣ ਕੋ ਇੱਕ ਮਤ ਕਰਿਓ, ਭ੍ਰਿਸ਼ਟ ਹੋਏ ਜਗ ਧਰਮ ਪ੍ਰਹਰਿਓ। ਹੁਣ ਇਹ ਬ੍ਰਾਹਮਣ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਚਾਰਾਂ ਵਰਨਾਂ ਨੂੰ, ਚਾਰਾਂ ਜਾਤਾਂ ਨੂੰ ਜਾਤ ਤੇ ਬਣਾਈਆਂ ਸਨ। ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ ਸਾਰਿਆਂ ਨੂੰ ਕੋਈ ਬਣਾ ਦਿੱਤਾ ਹੈ। ਇਸ ਜੱਗ ਵਿੱਚ ਤੇ ਸਾਡਾ ਬ੍ਰਾਹਮਣ ਖੱਤਰੀ ਧਰਮ ਹੀ ਖਤਮ ਹੋ ਜਾਣਾ, ਭ੍ਰਿਸ਼ਟ ਇਹਨਾਂ ਨੇ ਕਰ ਦਿੱਤਾ ਹੈ। ਇੱਕ ਬਲ ਇੱਕ ਥਲ ਭੋਜਨ ਸਭ ਕੋ ਖਾਏ, ਸ਼ੰਕਰ ਵਰਣ ਪ੍ਰਜਾ ਅਬ ਭਏ। ਉਹ ਬ੍ਰਾਹਮਣ ਕਹਿੰਦੇ ਨੇ ਵੀ ਇਹ ਕੀ ਗੱਲ ਹੋਈ ਪਈ, ਸਾਰੇ ਇੱਕੋ ਥਾਂ ਤੇ ਭੋਜਨ ਕਰਦੇ ਨੇ, ਇਹ ਕੋਈ ਗੱਲ ਤੇ ਨਹੀਂ ਨਾ ਹੋਈ। ਜਾਤਾਂ ਦਾ ਭੇਦਭਾਵ ਤੇ ਖਤਮ ਕਰ ਦਿੱਤਾ ਹੈ। ਇੱਥੇ ਤੇ ਰਾਜਾ ਰੰਗ ਇਕੱਠੇ ਬਿਠਾ ਦਿੰਦੇ ਨੇ।
ਦੇਵ ਪੁੱਤਰ ਕੇ ਮਨਤਾ ਸ਼ੋਰੇ, ਸਭ ਮਰਿਆਦ ਜਗਤ ਕੇ ਤੋਰੇ। ਇਹ ਬ੍ਰਾਹਮਣ ਕਹਿੰਦੇ ਨੇ ਇਹਨਾਂ ਤੇ ਦੇਵਤਿਆਂ ਦੀ ਪੂਜਾ ਛੱਡ ਦਿੱਤੀ ਹੈ, ਪਿਤਰਾਂ ਦੀ ਮਨਤਾ ਛੱਡ ਦਿੱਤੀ ਹੈ, ਤੇ ਕੇਵਲ ਆਪ ਨਹੀਂ ਛੱਡੀ। ਅਸਲ ਵਿੱਚ ਹੌਲ ਤਾਂ ਪਏ ਸਨ ਕਿ ਹਜ਼ਾਰਾਂ ਹੀ ਲੋਕ ਇਹਨਾਂ ਦੇ ਪਿੱਛੇ ਲੱਗ ਗਏ ਨੇ। ਇਹਨਾਂ ਨੇ ਆਪ ਛੱਡੇ, ਦੂਜਿਆਂ ਤੋਂ ਛਡਾ ਰਹੇ ਨੇ। ਪੂਰੇ ਦੇਵਤਿਆਂ ਦੀ ਪੂਜਾ, ਪਿਤਰਾਂ ਦੀ ਮਨਤਾ, ਇਹਨਾਂ ਕਰਕੇ ਤਾਂ ਸਾਡੇ ਘਰ ਭਰਦੇ ਸਨ। ਔਰ ਇਹਨੂੰ ਮਰਿਆਦਾ ਦਾ ਨਾਂ ਦਿੰਦੇ ਨੇ ਕਿ ਇਹਨਾਂ ਤੇ ਮਰਿਆਦਾ ਹੀ ਤੋੜ ਦਿੱਤੀ ਸੰਸਾਰ ਦੀ। ਅਬ ਉਪਾਏ ਇੱਕ ਕਰਨ ਪੁਕਾਰ, ਵਰਜੇ ਪਾਤਸ਼ਾਹ ਇਸ ਢਾਰ। ਉਹ ਬ੍ਰਾਹਮਣ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ ਕਹਿੰਦੇ ਨੇ, ਭਰਾਵੋ ਹੁਣ ਤੇ ਕੋਈ ਤਰੀਕਾ ਹੈ, ਅਸੀਂ ਕੁਝ ਨਹੀਂ ਕਰ ਸਕਦੇ, ਬਸ ਸਾਰੇ ਇਕੱਠੇ ਹੋ ਕੇ ਜਾਈਏ, ਪਾਤਸ਼ਾਹ ਅਕਬਰ ਦੇ ਕੋਲ ਇਹਨਾਂ ਦੀ ਪੁਕਾਰ ਕਰੀਏ, ਇਹਨਾਂ ਦੀ ਸ਼ਿਕਾਇਤ ਕਰੀਏ। ਇਸ ਮਸਲਤ ਕਰ ਇਕੱਠੇ ਹੈ ਵਕੈ, ਤਿਜ ਖਤਰੇ ਮੁਖ ਅਤ ਦੁਖ ਪੈ ਕੈ। ਕਹਿੰਦੇ ਇਸ ਤਰ੍ਹਾਂ ਦੀ ਆਪਸ ਵਿੱਚ ਸਲਾਹ ਕਰ ਲਈ, ਜਿਹਨੂੰ ਕਹਿ ਦਿੱਤਾ ਜਿੰਦਾ ਮਤਾ ਪਕਾ ਲਿਆ। ਖੱਤਰੀਆਂ ਬ੍ਰਾਹਮਣਾਂ ਦੇ ਜਿਹੜੇ ਮੁਖੀ ਲੋਕ ਨੇ, ਸਾਰੇ ਨਹੀਂ, ਮੁਖੀ ਲੋਕ, ਔਰ ਮੁਖੀ ਲੋਕ ਵੀ ਜਿਹੜੇ ਕਈ ਇਕੱਠੇ ਹੋ ਗਏ। ਲਾਹਪੁਰ ਗਏ ਫਿਰਾਤੇ ਸਾਰੇ, ਟਿਗ ਅਕਬਰ ਕੇ ਜਾਏ ਪੁਕਾਰੇ। ਇਹ ਕਈ ਜਣੇ ਇਕੱਠੇ ਹੋ ਕੇ ਲਾਹਪੁਰ ਲਾਹੌਰ ਗਏ। ਇਹਨਾਂ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਸਤਿਗੁਰੂ ਜੀ ਦੀ ਪੁਕਾਰ ਕੀਤੀ। ਪੁਕਾਰ ਤੋਂ ਭਾਵ ਸ਼ਿਕਾਇਤ ਕੀਤੀ। ਤੂੰ ਮੇਰੇ ਯਾਦਾ ਰਾਖਣ ਹਾਰੇ, ਬਿਗਰਤ ਕੋ ਜਗ ਦੇਤ ਸੁਧਾਰੇ। ਹੁਣ ਇਹ ਬ੍ਰਾਹਮਣ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕਰਦੇ ਨੇ ਗੁਰੂ ਸਾਹਿਬ ਦੀ, ਤੇ ਜਾ ਕੇ ਪਹਿਲੋਂ ਬਾਦਸ਼ਾਹ ਦੀ ਸਿਫਤ ਕਰਦੇ ਨੇ ਕਿ ਬਾਦਸ਼ਾਹ ਸਲਾਮਤ, ਤੁਸੀਂ ਤੇ ਜਗਤ ਦੇ ਵਿੱਚ ਮਰਿਆਦਾ ਨੂੰ ਰੱਖਣ ਵਾਲੇ ਹੋ, ਤੁਸੀਂ ਆਪ ਧਰਮੀ ਹੋ, ਆਪਣੇ ਧਰਮ ਦੀ ਮਰਿਆਦਾ ਰੱਖਦੇ ਹੋ, ਤੇ ਜੇ ਸਾਡੇ ਧਰਮ ਦੀ ਮਰਿਆਦਾ ਕੋਈ ਵਿਗੜਦੀ ਹੋਵੇ ਉਹ ਵੀ ਤਾਂ ਤੁਸੀਂ ਰੱਖਣੀ ਹੈ ਨਾ, ਤੁਸੀਂ ਠੀਕ ਕਰਨੀ ਹੈ। ਗੋਬਿੰਦਵਾਲ ਅਮਰ ਗੁਰ ਹੋਵਾ, ਭੇਦ ਬਰਨ ਚਾਰੂ ਕਾ ਖੋਵਾ। ਇਹ ਸ਼ਿਕਾਇਤ ਕੀ ਕਰਦੇ ਨੇ ਕਿ ਬਾਦਸ਼ਾਹ ਗੋਬਿੰਦਵਾਲ ਨਗਰ ਦੇ ਵਿੱਚ ਇੱਕ ਗੁਰੂ ਹੈ, ਗੁਰੂ ਅਮਰਦਾਸ ਜੀ। ਅਸੀਂ ਵਰਨ ਬਣਾਏ ਸਨ 4 ਮਨੂ ਸਮ੍ਰਿਤੀ ਦੇ ਮੁਤਾਬਕ, ਪਰ ਇਹਨਾਂ ਨੇ 4 ਵਰਨ ਖਤਮ ਕਰ ਦਿੱਤੇ ਨੇ, 4 ਦਾ ਭੇਦ ਦੇ ਵਿੱਚੋਂ ਮੁਕਾ ਦਿੱਤਾ ਹੈ। ਇਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਸਭ ਮੈਂ ਜੋਤ ਜੋਤ ਹੈ ਸੋਏ। ਉਹ ਇੱਕੋ ਹੀ ਗੱਲ ਕਹਿੰਦੇ ਨੇ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਉਹ ਤਾਂ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਜਾਤ ਪਾਤ ਦਾ ਫਰਕ ਹੀ ਨਹੀਂ ਰੱਖਦੇ, ਭੇਦ ਹੀ ਖਤਮ ਕਰ ਦਿੱਤਾ ਹੈ। ਰਾਮ ਅਗੇ ਤੇਰੇ ਮੰਤਰ ਨ ਜਪੈ, ਵਾਹਿਗੁਰੂ ਕੇ ਥਾਪਣ ਥੱਪੈ। ਔਰ ਬਾਦਸ਼ਾਹ ਸਲਾਮਤ ਦੂਜੀ ਗੱਲ ਇਹ ਹੈ ਕਿ ਉਹ ਖੱਤਰੀ ਨੇ, ਪਰ ਖੱਤਰੀ ਹੋ ਕੇ ਉਹ ਰਾਮ ਗੀਤਰੀ ਦਾ ਮੰਤਰ ਪੜ੍ਹਦੇ ਹੀ ਨਹੀਂ। ਉਹਨਾਂ ਨੂੰ ਰਾਮ ਗੀਤਰੀ ਦਾ ਮੰਤਰ ਪੜ੍ਹਨਾ ਹੀ ਨਹੀਂ ਹੁੰਦਾ। ਉਹਨਾਂ ਨੇ ਹੋਰੇ ਕੰਮ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਉਹਨਾਂ ਵਾਸਤੇ ਤਾਂ ਨਵਾਂ ਹੀ ਸੀ ਨਾ ਜੀ। ਕਹਿੰਦੇ ਉਹਨਾਂ ਨੇ ਮੰਤਰ ਹੋਰ ਹੀ ਬਣਾਇਆ ਹੈ ਵਾਹਿਗੁਰੂ। ਉਹ ਆਪ ਵੀ ਵਾਹਿਗੁਰੂ ਪੜ੍ਹਦੇ ਨੇ, ਆਪਣੇ ਆਉਣ ਵਾਲੇ ਚੇਲਿਆਂ ਨੂੰ ਵੀ ਵਾਹਿਗੁਰੂ ਪੜ੍ਹਾਈ ਜਾਂਦੇ ਨੇ। ਜੁਗ ਚਾਰੋ ਮਹਿ ਕਹੇ ਨਾ ਹੋਏ, ਜਿਮ ਮਰਿਆਦ ਵਿਗਾਰੇ ਸੋਏ। ਹੁਣ ਇਹ ਬ੍ਰਾਹਮਣ ਕਹਿੰਦੇ ਨੇ ਕਿ ਬਾਦਸ਼ਾਹ 4 ਯੁੱਗ ਨੇ, 4 ਯੁੱਗਾਂ ਦੇ ਵਿੱਚ ਅੱਜ ਤੱਕ ਐਵੇਂ ਦਾ ਮੰਤਰ ਅਸੀਂ ਤਾਂ ਕਦੇ ਸੁਣਿਆ ਹੀ ਨਹੀਂ ਕਿ ਵਾਹਿਗੁਰੂ ਵੀ ਮੰਤਰ ਹੁੰਦਾ ਕੋਈ। ਇਹਨਾਂ ਨੇ ਗੀਤਰੀ ਮੰਤਰ ਛੱਡ ਦਿੱਤਾ ਤੇ ਆਪਣਾ ਨਵਾਂ ਮੰਤਰ ਸ਼ੁਰੂ ਕਰ ਦਿੱਤਾ, ਨਵੇਂ ਧਰਮ ਬਣਾ ਲਿਆ ਹੈ, ਨਵੇਂ ਰਾਹ ਬਣਾ ਲਿਆ ਹੈ, ਪਰ ਹੈ ਖੱਤਰੀ। ਸਰੁੱਤ ਸਿਮਰਤ ਕੇ ਰਾਹੂ ਨ ਚਾਲੇ, ਮਨ ਕੋ ਮਤ ਕਰ ਭਏ ਨਿਰਾਲੇ। ਕਹਿੰਦੇ ਇਹ ਸਿਮਰਤੀਆਂ ਦੇ, ਸ਼ਰੂਤੀਆਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ, ਕਿਉਂਕਿ ਸਿਮਰਤੀਆਂ ਵਿੱਚੋਂ ਮਨੂ ਸਿਮਰਤੀ ਹੈ ਨਾ। ਜਿਹਨੇ ਬੰਦੇ ਦੇ ਵਿੱਚ ਇੰਨਾ ਕੁ ਫਰਕ ਪਾ ਦਿੱਤਾ, ਭਾਵੇਂ ਦੇਖੋ ਗੁਰੂ ਘਰ ਨੇ
ਧੰਨ ਗੁਰੂ ਨਾਨਕ ਸਾਹਿਬ ਜੀ ਨੇ 4 ਵਰਨਾਂ ਨੂੰ ਉਪਦੇਸ਼ ਸਾਂਝਾ ਦੇਣ ਦੀ ਗੱਲ 500-550 ਸਾਲ ਪਹਿਲੋਂ ਕੀਤੀ ਸੀ। ਔਰ ਖਿਮਾ ਕਰਨਾ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵੀ ਇਹਦੇ ਚੋਂ ਬਾਹਰ ਨਿਕਲੇ ਤੇ ਕੋਈ ਨਹੀਂ, ਕਿਉਂਕਿ ਜੇ ਨਿਕਲੇ ਹੁੰਦੇ ਤੇ ਇਹ ਜੱਟਾਂ ਦਾ ਗੁਰਦੁਆਰਾ, ਇਹ ਸੈਣੀਆਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਰਵਿਦਾਸੀਆਂ ਦਾ ਗੁਰਦੁਆਰਾ। ਔਰ ਕਈ ਵਾਰੀ ਸਮਝ ਨਹੀਂ ਲੱਗਦੇ ਵੀ ਗੁਰਦੁਆਰਾ ਤੇ ਗੁਰੂ ਤਾਂ ਹੁੰਦਾ ਜੱਟਾਂ ਦਾ ਜਾਂ ਕਿਸੇ ਹੋਰ ਕਿਸੇ ਦਾ ਕਿਵੇਂ ਹੋ ਗਿਆ। ਕਿਸੇ ਹੋਰ ਦਾ ਘਰ ਤੇ ਹੋ ਸਕਦਾ ਹੈ, ਪਰ ਗੁਰਦੁਆਰਾ ਵੀ ਕਿਸੇ ਹੋਰ ਤੋਂ ਹੋ ਸਕਦਾ ਹੈ। ਸ਼ਬਦ ਵੀ ਗੁਰਦੁਆਰਾ ਵਰਤਣਾ ਹੈ। ਔਰ ਪਿੰਡਾਂ ਵਿੱਚ ਆਮ ਥਾਵਾਂ ਤੇ ਹੁਣ ਤੇ ਸ਼ਹਿਰਾਂ 'ਚ ਵੀ ਹੈ ਕਿ ਅੱਡੋ ਅੱਡ ਗੁਰੂ ਘਰ ਨੇ, ਔਰ ਉਹਨਾਂ ਦੇ ਨਾਮ ਵੀ ਇਸ ਤਰ੍ਹਾਂ ਲਿਖੇ ਨੇ। ਫਿਰ ਕਦੇ ਸਮਝ ਕਦੇ ਸੋਚਿਆ ਵਿਚਾਰੇ ਵੀ ਜਾਂ ਤੇ ਗੁਰੂਦੁਆਰਾ ਸ਼ਬਦ ਵਿੱਚੋਂ ਮਿਟਾ ਦਿਓ, ਜਾਂ ਫਿਰ ਇਹ ਜਿਹੜਾ ਅੱਗੇ ਕੁਝ ਹੋਰ ਲਿਖਿਆ ਮਿਟਾ ਦਿਓ। ਗੁਰੂਦੁਆਰਾ ਤੇ ਗੁਰੂ ਤੇ ਹੋ ਸਕਦਾ ਨਾ ਜੀ, ਪਰ ਇਹ ਜਾਤ ਪਾਤ ਇਹਨਾਂ ਨੇ ਸ਼ਿਕਾਇਤ ਕੀਤੀ, ਇਹਨਾਂ ਨੇ ਤੇ ਸਾਰਾ ਕੁਝ ਖਤਮ ਹੀ ਕਰ ਦਿੱਤਾ ਹੈ। ਇਹਨਾਂ ਨੇ ਤੇ ਆਪਣੇ ਮਨ ਤੋਂ ਕੋਈ ਨਵਾਂ ਹੀ ਧਰਮ, ਕੋਈ ਹੋਰ ਹੀ ਰਾਹ ਚਲਾ ਲਿਆ ਹੈ। ਹਮਰੇ ਕਰੋ ਅਦਾਲਤ ਇਹ ਦ੍ਰਿੜ ਹੋਏ ਧਰਮ ਸੋ ਰਾਜ ਵਿਪਰੇ। ਹੁਣ ਇਹਨਾਂ ਨੇ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਸਾਡਾ ਇਸ ਕਚਹਿਰੀ ਦੇ ਵਿੱਚ ਇਨਸਾਫ ਕਰੋ, ਕਿ ਸਾਡਾ ਧਰਮ ਜਿਹੜਾ ਪੱਕਾ ਹੋਵੇ। ਸਾਡੇ ਧਰਮ ਨੂੰ ਖਤਰਾ ਹੈ। ਸਾਡੇ ਧਰਮ ਦਾ ਰਾਜ ਤਾਂ ਹੀ ਵਧੇਗਾ ਜੇ ਤੁਸੀਂ ਇਨਸਾਫ ਕਰੋਗੇ। ਪਸਰ ਜਾਏ ਸਭ ਜਗਤ ਪਿਸਾਲਾ, ਪੁਣ ਮੁਸ਼ਕਲ ਇਹ ਟਲੇ ਨਾ ਟਾਲਾ। ਤੇ ਬਾਦਸ਼ਾਹ ਜੇ ਤੁਸੀਂ ਸਾਡਾ ਇਨਸਾਫ ਨਾ ਕੀਤਾ, ਇਹ ਨਵੀਂ ਮਰਿਆਦਾ ਤੇ ਸਾਰੇ ਸੰਸਾਰ ਵਿੱਚ ਫੈਲ ਜਾਣੀ ਹੈ। ਔਰ ਫਿਰ ਬੇਨਤੀ ਕਰਦੇ ਇਹਨਾਂ ਨੂੰ, ਨਵੀਂ ਮਰਿਆਦਾ ਤੋਂ ਕੋਈ ਨਹੀਂ ਸੀ ਦੁੱਖ। ਦੁੱਖ ਤੇ ਇਹ ਸੀ ਕਿ ਬਲਦਾਂ ਵਾਲੀ ਬਿਰਤੀ ਸੀ, ਵਿਹਲੇ ਬਹਿ ਕੇ ਖਾਣਾ ਸੀ। ਇਹ ਤੇ ਕਿਰਤ ਕਰਨ ਦੀ ਗੱਲ ਕਹਿੰਦੇ ਨੇ। ਇਹ ਤੇ ਆਪ ਵੀ ਟੋਕਰੀਆਂ ਢੂੰਦੇ ਨੇ, ਆਪ ਵੀ ਪਾਣੀ ਦੀਆਂ ਗਾਗਰਾਂ ਢੂੰਦੇ ਨੇ। ਸਿੱਖਾਂ ਨੂੰ ਕਹਿੰਦੇ ਨੇ ਕਿਰਤ ਕਰਨੀ ਹੈ। ਅਸੀਂ ਕੇਵਲ ਵਿਹਲੇ ਬੈਠ ਕੇ ਖਾਣਾ ਸੀ, ਸਾਡੀ ਪੂਜਾ ਖਤਮ ਹੋ ਜਾਏਗੀ। ਜੇ ਹੁਣ ਇਨਸਾਫ ਨਾ ਦਿੱਤਾ, ਮਰਿਆਦਾ ਸਾਰੇ ਸੰਸਾਰ 'ਚ ਫੈਲ ਜਾਣੀ ਹੈ, ਤੇ ਫਿਰ ਇਹਨੂੰ ਰੋਕਣਾ ਬੜਾ ਔਖਾ ਹੋ ਜਾਣਾ ਹੈ। ਸੁਣ ਅਕਬਰ ਨੇ ਦੇਣ ਦਲਾਸਾ, ਕਰੋ ਨਿਆਓ ਰਾਖੋ ਪਰਵਾਸਾ। ਹੁਣ ਸਰਕਾਰਾਂ ਰਾਜੇ ਇਸੇ ਤਰ੍ਹਾਂ ਕਰਦੇ ਨੇ ਜੀ ਕਿ ਜਿਹੜਾ ਵੀ ਗਿਆ ਉਹਨੂੰ ਕਹਿ ਦਿੱਤਾ ਕੋਈ ਨਹੀਂ, ਭਰੋਸਾ ਰੱਖੋ, ਤੁਸੀਂ ਪਰਵਾਸਾ ਰੱਖੋ, ਜ਼ਰੂਰ ਤੁਹਾਡੇ ਨਾਲ ਨਿਆਂ ਕਰਨਗੇ। ਪਰ ਨਿਆਂ ਕੇਵਲ ਇਕੱਲੀ ਤੁਹਾਡੀ ਗੱਲ ਸੁਣ ਕੇ ਨਹੀਂ ਨਾ ਕਰ ਦੇਣਾ। ਤੁਸੀਂ ਤਾਂ ਸ਼ਿਕਾਇਤ ਕਰ ਦਿੱਤੀ ਹੈ। ਤਿੰਨ ਕੋ ਇਸ ਥਲ ਲਹਿ ਬਲਾਏ, ਸਭ ਵਿਦ ਬੂਝੇ ਵਿੱਚ ਸਮੁਦਾਈ। ਅਕਬਰ ਬਾਦਸ਼ਾਹ ਕਹਿੰਦਾ ਕਿ ਭਾਈ ਉਹਨਾਂ ਨੂੰ ਧੰਨ ਗੁਰੂ ਅਮਰਦਾਸ ਜੀ ਨੂੰ ਅਸੀਂ ਇੱਥੇ ਬੁਲਾ ਦਿੰਦੇ ਹਾਂ, ਕਚਹਿਰੀ ਦੇ ਵਿੱਚ, ਸਭਾ ਦੇ ਵਿੱਚ, ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨੂੰ ਤੋਂ ਪੁੱਛ ਲੈਂਦੇ, ਕਿਉਂਕਿ ਗੱਲ ਤੇ ਤਾਂ ਹੀ ਬਣੇਗਾ ਨਾ, ਸਾਹਮਣੇ ਸਵਾਲ ਜਵਾਬ ਹੋਣਗੇ। ਆਪਣੇ ਬਾਤ ਤਬੇ ਤੁਮ ਕਹੋ, ਦੋਨੋਂ ਕੇ ਸੁਣ ਹਮ ਜਿਬ ਲਹੋ। ਉਹਨਾਂ ਨੂੰ ਬੁਲਾ ਲੈਂਦੇ, ਫਿਰ ਆਪਣੀ ਗੱਲ ਤੁਸੀਂ ਸਭਾ ਦੇ ਵਿੱਚ ਰੱਖਿਓ। ਸਾਨੂੰ ਤਾਂ ਤਾਂ ਹੀ ਪਤਾ ਲੱਗੇਗਾ ਨਾ ਤੁਹਾਡਾ ਮਨੂ ਸਿਮਰਤੀ ਕੀ ਕਹਿੰਦੀ ਹੈ, ਤੁਹਾਡੀਆਂ ਸਿਮਰਤੀਆਂ ਕੀ ਕਹਿੰਦੇ ਨੇ, ਉਹ ਕੀ ਕਰਦੇ ਨੇ, ਤੁਹਾਡੇ ਧਰਮ ਨੂੰ ਕਿਵੇਂ ਖਤਰਾ ਹੈ। ਤੇ ਫਿਰ ਅਸੀਂ ਸਮਝਾਂਗੇ ਦੋਵਾਂ ਦੀ ਗੱਲ ਸੁਣ ਕੇ। ਝੂਠ ਸਾਚ ਤਬ ਕਰੇ ਨਿਤਾਰਾ, ਸੁਣ ਕੇ ਸਭ ਸੰਵਾਦ ਤੁਮਾਰਾ। ਅਕਬਰ ਬਾਦਸ਼ਾਹ ਉੱਥੇ ਕਹਿੰਦਾ ਵੀ ਝੂਠ ਸੱਚ ਦਾ ਨਿਸਤਾਰਾ ਤੇ ਤਾਂ ਹੀ ਹੋਵੇਗਾ ਨਾ, ਝਗੜਾ ਤੇ ਤਾਂ ਹੀ ਖਤਮ ਹੋਵੇਗਾ ਜਦੋਂ ਦੋਵਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ, ਸਭਾ ਦੇ ਵਿੱਚ ਸੁਣੀਆਂ ਜਾਣਗੀਆਂ। ਕਰੋ ਅਦਾਲਤ ਨੇਕੇ ਬੈਸ, ਬਹੁ ਪੁਰ ਕੇ ਮੁਖ ਮੁਖ ਤੁਮ ਹੈਸ। ਬਾਦਸ਼ਾਹ ਕਹਿੰਦਾ ਕਿ ਕਈ ਪਿੰਡਾਂ ਦੇ ਤੁਸੀਂ ਮੁਖੀ ਆਏ ਹੋ, ਕੋਈ ਗੱਲ ਨਹੀਂ, ਭਰੋਸਾ ਰੱਖੋ। ਸਭਾ ਦੇ ਵਿੱਚ ਬੈਠ ਕੇ ਸਾਰਿਆਂ ਦੇ ਸਾਹਮਣੇ ਚੰਗੀ ਤਰ੍ਹਾਂ ਨਿਸਤਾਰਾ ਕਰਾਂਗੇ, ਝੂਠ ਸੱਚ ਦੀ ਪਰਖ ਸਾਰਿਆਂ ਦੇ ਸਾਹਮਣੇ ਕਰਾਂਗੇ। ਹਿਮ ਸੁਣ ਸਗਰੇ ਲਵਪੁਰ ਰਹੇ, ਗੁਰ ਕੋ ਮਤ ਮੋਰੇ ਚਿਤ ਚਹੇ। ਇਹ ਸੁਣ ਕੇ ਜਿਹੜੇ ਬ੍ਰਾਹਮਣ ਸਨ ਉਹ ਲਾਹੌਰ ਤੋਂ ਵਾਪਸ ਨਹੀਂ ਆਏ, ਕਿਉਂਕਿ ਲਾਹੌਰ ਦੇ ਵਿੱਚ ਵੀ ਬਹੁਤ ਬ੍ਰਾਹਮਣ ਨੂੰ ਆਪਣਾ ਉੱਥੇ ਟਿਕਾਣਾ ਵੇਖਿਆ ਕਿ ਗੁਰੂ ਸਾਹਿਬ ਜੀ ਆਉਣਗੇ, ਆਪਸ ਵਿੱਚ ਫਿਰ ਮੀਟਿੰਗਾਂ ਕਰਦੇ ਨੇ, ਵਿਚਾਰਾਂ ਕਰਦੇ ਨੇ ਕਿ ਗੁਰੂ ਸਾਹਿਬ ਦੇ ਚਲਾਏ ਹੋਏ ਇਸ ਧਰਮ ਨੂੰ, ਇਸ ਮਤ ਨੂੰ ਅਸੀਂ ਮੋੜ ਦਿਆਂਗੇ, ਬੰਦ ਕਰਵਾ ਦਿਆਂਗੇ।
ਦਿਜ ਕਤਰੇ ਸੋ ਜਾਤ ਅਭਿਮਾਨੀ, ਭਏ ਇਕੱਤਰ ਦੁਰਜਨ ਅਨਜਾਨੀ। ਕਹਿੰਦੇ ਜਾਤ ਦੇ ਹੰਕਾਰੀ ਖੱਤਰੀ ਤੇ ਬ੍ਰਾਹਮਣ ਲਾਹੌਰ ਦੇ ਵਿੱਚ ਹੋਰ ਇਕੱਠੇ ਹੁੰਦੇ ਰਹੇ ਕਿ ਜਦੋਂ ਤੱਕ ਸਭਾ ਨਹੀਂ ਲੱਗੀ ਹੋਰ ਇਕੱਠੇ ਹੁੰਦੇ ਨੇ, ਰੋਜ਼ ਇਕੱਠੇ ਹੁੰਦੇ ਨੇ। ਕੇਤਕ ਦਿਨ ਮਹਿ ਅਕਬਰ ਸ਼ਾਹੂ, ਲਿਖ ਪਰਵਾਨਾ ਭੇਜਿਓ ਪਾਹੂ। ਕਹਿੰਦੇ ਕੁਝ ਦਿਨਾਂ ਬਾਅਦ ਬਾਦਸ਼ਾਹ ਨੇ ਇੱਕ ਪਰਵਾਨਾ, ਇੱਕ ਚਿੱਠੀ ਲਿਖ ਕੇ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਉਹ ਚਿੱਠੀ ਭੇਜੀ ਹੈ। ਤੁਮ ਪਰ ਭਏ ਫਿਰਾਦੇ ਆਏ, ਬਹੁ ਪੁਰ ਕੇ ਨਰ ਹੈਵ ਸਮੁਦਾਏ। ਤੇ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਗੁਰੂ ਅਮਰਦਾਸ ਜੀ ਤੁਹਾਡੇ ਉੱਤੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ, ਕੇਵਲ ਗੋਬਿੰਦਵਾਲ ਸਾਹਿਬ ਨਹੀਂ, ਕਿ ਬਹੁ ਪੁਰ ਕੇ ਨਰ ਹੈਵ ਸਮੁਦਾਏ, ਬਹੁਤ ਪਿੰਡਾਂ ਦੇ ਲੋਕ ਜਿਹੜੇ ਬ੍ਰਾਹਮਣ ਤੇ ਖੱਤਰੀ ਨੇ, ਉਹਨਾਂ ਨੇ ਤੁਹਾਡੇ ਖਿਲਾਫ ਜਿਹੜੀ ਪੁਕਾਰ ਕੀਤੀ, ਸ਼ਿਕਾਇਤ ਕੀਤੀ ਹੈ। ਕਰੋ ਜਵਾਬ ਦੇਹ ਇਨ ਸੰਗ, ਨਾਤਰ ਇਨ ਕੇ ਚਾਲੋ ਢੰਗ। ਔਰ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਸਤਿਗੁਰੂ ਜੀ ਤੁਹਾਡੀ ਜਵਾਬਦੇਹੀ ਬਣਦੀ ਹੈ। ਜੇ ਤੁਹਾਡੇ ਖਿਲਾਫ ਸ਼ਿਕਾਇਤ ਹੋਈ ਹੈ ਤੇ ਚਾਹੀਦਾ ਕਿ ਤੁਸੀਂ ਸਭਾ ਦੇ ਵਿੱਚ ਆ ਕੇ ਉਹਦਾ ਜਵਾਬ ਦਿਓ। ਤੇ ਜੇ ਤੁਹਾਡੇ ਕੋਲ ਕੋਈ ਜਵਾਬ ਨਹੀਂ, ਜਵਾਬਦੇਹੀ ਨਹੀਂ ਦੇਣੀ, ਫਿਰ ਇਹ ਬ੍ਰਾਹਮਣ ਜਿਵੇਂ ਕਹਿੰਦੇ ਨੇ ਭਾਈ ਫਿਰ ਉਸੇ ਤਰ੍ਹਾਂ ਚੱਲੋ। ਪਰਵਾਨਾ ਸਤਿਗੁਰ ਪਹਿ ਆਇਓ, ਸੁਣਿਓ ਸਰਵਣ ਹਮ ਸ਼ਾਹੂ ਬੁਲਾਇਓ। ਹੁਣ ਧੰਨ ਗੁਰੂ ਅਮਰਦਾਸ ਜੀ ਜਿਹੜੇ ਆਪ ਦੀਨ ਦੁਨੀਆ ਦੇ ਮਾਲਕ ਨੇ, ਇੱਕ ਬਾਦਸ਼ਾਹ ਅਕਬਰ ਉਹਨਾਂ ਨੂੰ ਬੁਲਾਵੇ, ਪਰ ਨਾ ਬਾਦਸ਼ਾਹ ਨੂੰ ਹਜੇ ਤੱਕ ਪਤਾ ਹੈ। ਔਰ ਬਾਦਸ਼ਾਹ ਅਕਬਰ ਇਹ ਇੰਨੀ ਕੁ ਗੱਲ ਜਾਣਦਾ ਵੀ ਕਿ ਇਹ ਜਿਹੜਾ ਰਾਜ ਭਾਗ ਮਿਲਿਆ ਹੈ, ਗੁਰੂ ਘਰ ਦੀ ਕੁਛ ਵਡਿਆਈ ਨੂੰ ਜਾਣਦਾ ਵੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸਨ, ਰਾਜ ਭਾਗ ਤੁਹਾਡੇ ਖਾਨਦਾਨ ਤੱਕ ਚੱਲੇਗਾ। ਤੇ ਉਦੋਂ ਤੱਕ ਚੱਲੇਗਾ ਜਦੋਂ ਤੱਕ ਤੁਸੀਂ ਇਨਸਾਫ ਦਿਓਗੇ। ਤੇ ਜਦੋਂ ਇਨਸਾਫ ਦੇਣਾ ਬੰਦ ਕਰ ਦਿੱਤਾ, ਇਹ ਰਾਜ ਵੀ ਨਹੀਂ ਰਹਿਣਾ, ਭਾਗ ਵੀ ਨਹੀਂ ਰਹਿਣਾ, ਤੇ ਕੁੱਲ ਵੀ ਨਹੀਂ ਰਹਿਣੀ। ਇਸ ਬਾਦਸ਼ਾਹ ਨੇ ਪਰਵਾਨਾ ਜਿਹੜਾ ਭੇਜਿਆ, ਧੰਨ ਗੁਰੂ ਅਮਰਦਾਸ ਜੀ ਭਾਵੇਂ ਜਾਣਦੇ ਨੇ, ਸਿੱਖ ਨੂੰ ਕਹਿੰਦੇ ਨੇ ਭਾਈ ਬੱਲੂ ਨੂੰ, ਭਾਈ ਪੜ੍ਹ ਬਾਦਸ਼ਾਹ ਨੇ ਕੀ ਲਿਖ ਕੇ ਭੇਜਿਆ, ਪਰਵਾਨਾ ਕੀ ਆਇਆ ਹੈ। ਔਰ ਇਹ ਸਾਰਾ ਭਾਈ ਬੱਲੂ ਨੇ ਪੜ੍ਹ ਕੇ ਸੁਣਾਇਆ ਹੈ ਕਿ ਸਤਿਗੁਰੂ ਜੀ ਤੁਹਾਡੇ ਖਿਲਾਫ ਕੁਝ ਬ੍ਰਾਹਮਣ ਨੇ, ਪੰਡਤ ਨੇ, ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਆਪ ਜੀ ਨੂੰ ਲਾਹੌਰ ਬੁਲਾਇਆ ਹੈ ਉਹਦਾ ਜਵਾਬ ਦੇਣ ਵਾਸਤੇ। ਇੱਥੇ ਕਵੀ ਰਾਜ ਨੇ ਇਹ ਅਧਿਆਇ ਵੀ ਖਤਮ ਕੀਤਾ ਹੈ। ਅੱਗੇ ਧੰਨ ਗੁਰੂ ਅਮਰਦਾਸ ਜੀ ਫਿਰ ਲਾਹੌਰ ਕਿਵੇਂ ਜਾਂਦੇ ਨੇ, ਕਿਵੇਂ ਭੇਜਦੇ ਨੇ, ਧੰਨ ਗੁਰੂ ਰਾਮਦਾਸ ਜੀ ਨੂੰ ਭੇਜਣਗੇ, ਉਹ ਪ੍ਰਸੰਗ ਅਗਲੇ ਅਧਿਆਇ ਦੇ ਵਿੱਚ ਕੱਲ੍ਹ ਤੋਂ ਸ਼ੁਰੂ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।